ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਹ ਸ਼ੋਅ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਵਿਸਥਾਰ ਨਾਲ ਵਿਚਾਰ ਚਰਚਾ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਹ ਖਬਰਾਂ ਕਿਹੜੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਇਹ ਹੈ ਕਿ ਮਾਰਚ ਮਹੀਨੇ ਤੋਂ ਕੈਨੇਡਾ ਦੇ ਵਿੱਚ ਆਉਣ ਦੇ ਵਾਸਤੇ ਬਹੁਤ ਸਾਰੇ ਲੋਕਾਂ ਤੇ ਪਾਬੰਦੀਆਂ ਦਾ ਐਲਾਨ ਸਰਕਾਰ ਵੱਲੋਂ ਕੀਤਾ ਹੋਇਆ ਹੈ। ਕਿਹਨਾਂ ਨੂੰ ਖੁੱਲ੍ਹਾਂ ਤੇ ਢਿੱਲਾਂ ਦਿੱਤੀਆਂ ਜਾ ਰਹੀਆਂ ਨੇ, ਇਹ ਖਬਰ ਬੜੀ ਮਹੱਤਵਪੂਰਨ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਨੂੰ ਪਤਾ ਹੈ ਕਿ ਭਾਰਤ ਸਰਕਾਰ ਵੱਲੋਂ ਖੇਤੀ ਸੁਧਾਰ ਕਾਨੂੰਨ ਲਾਗੂ ਕਰ ਦਿੱਤੇ ਗਏ ਹੈ। ਲਗਭਗ ਸਾਰੀਆਂ ਹੀ ਸਿਆਸੀ ਧਿਰਾਂ ਉਸ ਦੀ ਵਿਰੋਧਤਾ ਕਰ ਰਹੀਆਂ ਨੇ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਉਸ ਦੀ ਵਿਰੋਧਤਾ ਕਰ ਰਹੀਆਂ ਨੇ। ਪਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਚੰਡੀਗੜ੍ਹ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ। ਉੱਥੇ ਬੀਬੀ ਬਾਦਲ ਦੇ ਖਿਲਾਫ ਜੋ ਕੁਝ ਕਹਿ ਕੇ ਗਏ ਹੈ ਨਾ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਅਗਲੀ ਖਬਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਇਸ ਵਕਤ ਕੋਵਿਡ-19 ਦੇ ਮਰੀਜ਼ ਨੇ ਤੇ ਹਸਪਤਾਲ ਵਿੱਚ ਦਾਖਲ ਨੇ। ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਆ ਰਹੇ ਸੀ ਕਿ ਫਿਰ ਹੁਣ ਜੇਕਰ ਉਹ ਜੇਰੇ ਇਲਾਜ ਨੇ ਤੇ ਅਮਰੀਕਾ ਦੀ ਸੱਤਾ ਕਿਹਦੇ ਹੱਥਾਂ 'ਚ ਹੈ, ਤੇ ਇਹਦਾ ਖੁਲਾਸਾ ਕਰਾਂਗੇ ਕਿ ਇਸ ਵਕਤ ਅਮਰੀਕਾ ਦੀ ਸੱਤਾ ਦਾ ਸੰਭਾਲਣ ਵਾਲਾ ਜਾਂ ਵਿਅਕਤੀ ਕੌਣ ਹੈ। ਅਗਲੀ ਖਬਰ, ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸੂਬੇ ਦੇ ਵਿੱਚ ਸਟੇਟ ਦੇ ਵਿੱਚ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ। ਹੁਣ ਤੱਕ ਕਿੰਨਾ ਕੁ ਨੁਕਸਾਨ ਕਰ ਦਿੱਤਾ, ਕਿੰਨੀਆਂ ਜਾਨਾਂ ਜਾ ਚੁੱਕੀਆਂ ਨੇ, ਇਹ ਖਬਰ ਵੀ ਮਹੱਤਵਪੂਰਨ ਹੈ, ਸਾਂਝੀ ਕਰਾਂਗੇ। ਬੀਤੇ ਦਿਨੀ ਹਾਥਰਸ ਦੇ ਵਿੱਚ ਇੱਕ ਦਰਿੰਦਗੀ ਭਰੀ ਘਟਨਾ ਵਾਪਰੀ ਸੀ, ਉਹਦੀ ਜਾਂਚ ਹੁਣ CBI ਹਵਾਲੇ ਕਰ ਦਿੱਤੀ ਗਈ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਖਬਰ, ਕਰਤਾਰਪੁਰ ਸਾਹਿਬ ਦਾ ਲਾਂਘਾ ਦੋਵਾਂ ਮੁਲਕਾਂ ਦੇ ਯਤਨਾਂ ਦੇ ਸਦਕਾ ਖੁੱਲ੍ਹਿਆ ਸੀ, ਪਰ ਮਾਰਚ ਮਹੀਨੇ ਤੋਂ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਵਾਂਗ ਬੰਦ ਪਿਆ ਹੈ। ਪਾਕਿਸਤਾਨ ਸਰਕਾਰ ਨੇ ਇਹਦੇ ਤੇ ਇੱਕ ਵੱਡਾ ਐਲਾਨ ਕੀਤਾ ਹੈ। ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਹੁਣ ਸਾਰੀਆਂ ਖਬਰਾਂ ਨੂੰ ਇੱਕ ਇੱਕ ਕਰਕੇ ਚਿਣਦੀਏ ਤੇ ਵਿਸਥਾਰ ਦੇ ਦਈਏ, ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਇੱਕ ਅਪੀਲ ਹੈ, ਇੱਕ ਬੇਨਤੀ ਹੈ ਕਿ ਜੇਕਰ ਹਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ। ਪਹਿਲਾਂ ਸਾਰੀ ਵੀਡੀਓ ਵੇਖ ਲਿਓ। ਜੇ ਜਾਣਕਾਰੀਆਂ, ਜੇ ਖਬਰਾਂ ਪੁਖਤਾ ਲੱਗੀਆਂ, ਸਟੀਕ ਜਾਣਕਾਰੀ ਲੱਗੀ, ਫਿਰ ਲਾਈਕ ਤੇ ਸ਼ੇਅਰ ਕਰਨ ਦਾ ਵੀ ਜ਼ਰੂਰ ਖੇਚਲ ਕਰਿਓ। ਧੰਨਵਾਦ ਤੁਹਾਡਾ ਦਿਲੋਂ ਕਰਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ, ਕੋਵਿਡ-19 ਪੈਂਡੈਮਿਕ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਕੈਨੇਡਾ ਵਿੱਚ ਆਉਣ ਤੇ ਅਤੇ ਕੈਨੇਡਾ ਤੋਂ ਬਾਹਰ ਜਾਣ ਤੇ ਪਾਬੰਦੀਆਂ ਨੇ। ਖਾਸ ਕਰਕੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਮਾਰਚ ਮਹੀਨੇ ਤੋਂ ਬੰਦ ਕੀਤੀ ਹੋਈ ਹੈ ਗੈਰ ਜ਼ਰੂਰੀ ਆਵਾਜਾਈ ਦੇ ਵਾਸਤੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਪਾਬੰਦੀਆਂ ਦੇ ਕਾਰਨ ਇਕੱਲਾਪਣ ਖਾ ਰਿਹਾ ਹੈ। ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਸਰਹੱਦ ਦੇ ਦੂਸਰੇ ਪਾਸੇ ਬੈਠਾ ਤੇ ਉਹ ਆਪ ਦੂਸਰੇ ਪਾਸੇ ਬੈਠੇ ਹੈ। ਇੱਕ ਦੂਸਰੇ ਨੂੰ ਪਰਿਵਾਰਕ ਮੈਂਬਰ ਮਿਲਣ ਵਾਸਤੇ ਇਸ ਕੋਵਿਡ-19 ਦੇ ਕਾਰਨ ਤਰਸ ਰਹੇ ਨੇ। ਇਸੇ ਤਰਸ ਨੂੰ ਆਧਾਰ ਬਣਾ ਲਿਆ ਟਰੂਡੋ ਸਰਕਾਰ ਨੇ। ਹੁਣ ਕੈਨੇਡਾ ਸਰਕਾਰ ਨੇ ਇਸ ਤਰਸ ਨੂੰ ਆਧਾਰ ਬਣਾ ਕੇ ਸਰਹੱਦ ਪਾਰ ਯਾਤਰਾ ਤੇ ਕੁਝ ਢਿੱਲਾਂ, ਕੁਝ ਖੁੱਲ੍ਹਾਂ, ਕੁਝ ਪਾਬੰਦੀਆਂ ਚੁੱਕਣ ਦਾ ਫੈਸਲਾ ਕੀਤਾ ਹੈ। ਹੁਣ ਜਿਸ ਤਹਿਤ ਪਰਿਵਾਰ ਦੇ ਨੇੜਲੇ ਮੈਂਬਰਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ, ਉਹਦੇ ਨਾਲ ਦੇਸ਼ ਦੇ ਵਿੱਚ ਟਰੂਡੋ ਸਰਕਾਰ ਦਾ ਕਹਿਣਾ ਕਿ ਸਿਰਫ ਆਗਿਆ ਹੀ ਨਹੀਂ, ਆਉਣ ਵਾਲਿਆਂ ਦੇ ਉੱਤੇ ਨਿਗਰਾਨੀ ਦੇ ਵਿੱਚ ਵੀ ਵਾਧਾ ਕਰ ਦਿੱਤਾ ਜਾਏਗਾ। ਹਾਲਾਂਕਿ ਕੈਨੇਡਾ ਦੀ ਸਰਹੱਦ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਲਗਭਗ ਹਾਲੇ ਇੱਕ ਹੋਰ ਮਹੀਨੇ ਤੱਕ ਬੰਦ ਰਹਿਣੀ ਹੈ। ਇਹਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ। ਪਰ ਮੈਂ ਦੱਸ ਰਿਹਾ ਸੀ ਕਿ ਪਰਿਵਾਰਕ ਮੈਂਬਰ ਇੱਕ ਦੂਸਰੇ ਨੂੰ ਮਿਲਣ ਵਾਸਤੇ ਲਗਾਤਾਰ ਤਰਸ ਰਹੇ ਨੇ। ਇਸ ਤਰਸ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਤੇ ਤਰਸ ਦੇ ਆਧਾਰ ਤੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਜਿਹੜੇ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਨੇ, ਇੱਕ ਮੈਂਬਰ ਨੂੰ ਜਿਹੜਾ ਦੂਸਰੇ ਪਾਸੇ ਕੈਨੇਡਾ ਵਾਲੇ ਪਾਸੇ ਰਹਿੰਦਾ ਹੈ ਤੇ ਹੁਣ ਅਮਰੀਕਾ ਦੇ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਸਿਰਫ ਪਰਿਵਾਰਕ ਮੈਂਬਰਾਂ ਨੂੰ ਨਹੀਂ, ਕੁਝ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਵਾਸਤੇ ਵੀ ਛੋਟ ਦੇਣ ਦੇ ਫੈਸਲੇ ਕੀਤੇ ਗਏ ਹੈ। ਹੁਣ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਸਿਟੀਜ਼ਨਸ਼ਿਪ ਦੇ ਜਿਹੜੇ ਮੈਂਬਰ ਨੇ, ਮਾਫ ਕਰਨਾ ਮੰਤਰੀ ਨੇ, ਸਿਟੀਜ਼ਨਸ਼ਿਪ ਦੇ ਮਿਨਿਸਟਰ ਨੇ ਮਾਰਕੋ ਮੈਂਡੋਚੀਨੋ, ਪਬਲਿਕ ਸੇਫਟੀ ਮਿਨਿਸਟਰ ਨੇ ਬਿਲ ਬਲੇਅਰ, ਪਬਲਿਕ ਹੈਲਥ ਮਿਨਿਸਟਰ ਨੇ ਪੈਟੀ ਹੈਡੂ। ਇਹਨਾਂ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਵਿੱਚ ਕਰੋਨਾ ਦੇ ਕਾਰਨ ਵਿਗੜ ਰਹੀ ਸਥਿਤੀ ਜੇਕਰ ਆਪਾਂ ਵੇਖੀਏ ਤਾਂ ਅਮਰੀਕਾ ਵਰਗੀ ਨਹੀਂ। ਪਰ ਅਮਰੀਕਾ ਤੇ ਕੈਨੇਡਾ ਦੇ ਹਾਲਾਤ ਇੱਕ ਦੂਸਰੇ ਨਾਲ ਕੰਪੇਅਰ ਨਹੀਂ ਕੀਤੇ ਜਾ ਸਕਦੇ, ਕਿਉਂਕਿ ਕੈਨੇਡਾ ਨੇ ਬਹੁਤ ਨਿਗਰਾਨੀ ਰੱਖੀ ਹੋਈ ਹੈ। ਹਾਲੇ ਤੱਕ ਵੀ ਕਾਬੂ ਵਿੱਚ ਸਥਿਤੀ ਹੈ।
पर तां भी कहते नਵੇਂ नਵੇਂ उपावां ਦੇ ਉੱਤੇ ਅਸੀਂ ਲਗਾਤਾਰ ਗੌਰ ਕਰਦੇ ਰਹਿੰਦੇ ਹਾਂ ਤਾਂ ਕਿ ਅਸੀਂ ਇਸ ਨੂੰ ਕਾਬੂ ਵਿੱਚ ਰੱਖ ਸਕੀਏ। ਇਸੇ ਲਈ ਸਰਹੱਦ ਪਾਰੋਂ ਤਰਸ ਦੇ ਆਧਾਰ ਤੇ ਪਰਿਵਾਰਕ ਮੈਂਬਰਾਂ ਨੂੰ ਹੁਣ ਆਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕਰੋਨਾ ਛੋਟੀ ਮਿਆਦ ਭਾਵ 2-4-6 ਮਹੀਨਿਆਂ ਦੇ ਵਿੱਚ ਖਤਮ ਹੋਣ ਵਾਲੀ ਬਿਮਾਰੀ ਜਾਂ ਸਮੱਸਿਆ ਨਹੀਂ। ਇਸ ਵਾਸਤੇ ਅਸੀਂ ਬਹੁਤ ਸੋਚ ਵਿਚਾਰ ਤੋਂ ਬਾਅਦ ਆਹ ਕਦਮ ਚੁੱਕਣ ਜਾ ਰਹੇ ਹਾਂ ਕਿ ਜਿਹੜੇ ਪਰਿਵਾਰਕ ਮੈਂਬਰ ਇੱਕ ਦੂਸਰੇ ਤੋਂ ਕਈ ਮਹੀਨਿਆਂ ਤੋਂ ਨਿਖੜੇ ਬੈਠੇ ਆ, ਵਿਛੜੇ ਬੈਠੇ ਆ, ਉਹਨਾਂ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇ। ਉਹਨਾਂ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਅਤੇ PR ਵਸਨੀਕਾਂ ਦੇ ਪਰਿਵਾਰਕ ਮੈਂਬਰ ਨੇ, ਕੁਝ ਉਹਨਾਂ ਚੋਂ ਬਾਲਗ ਉਮਰ ਦੇ ਨੇ, ਉਹ ਕੁਝ ਜਿਹੜੇ ਪੋਤੇ ਪੋਤੀਆਂ ਨੇ, ਉਹ ਭੈਣ ਭਰਾ, ਉਹ ਦਾਦਾ ਦਾਦੀ, ਉਹ ਤੇ ਇਹਨਾਂ ਵਿੱਚ ਇੱਕ ਖਾਸ ਜਿਹੜੀ ਚੀਜ਼ ਹੈ ਕਿ ਹੋ ਸਕਦਾ ਹੈ ਕਿ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ ਤੇ ਲੜਕੀ ਅਮਰੀਕਾ ਵਿੱਚ ਰਹਿੰਦੀ ਹੈ, ਪਰ ਹਾਲੇ ਵਿਆਹ ਕਰਵਾਇਆ ਨਹੀਂ, ਪਰ ਉਹ ਰਿਲੇਸ਼ਨਸ਼ਿਪ ਦੇ ਵਿੱਚ, ਰਿਸ਼ਤੇ ਦੇ ਵਿੱਚ ਦੋਵੇਂ ਬੱਝੇ ਹੋਏ ਨੇ। ਪਰ ਇਹ ਰਿਸ਼ਤੇ ਦੀ ਮਿਆਦ ਉਹ ਕਹਿੰਦੇ ਘੱਟ ਤੋਂ ਘੱਟ 1 ਸਾਲ ਤੋਂ ਵੱਧ ਹੋਵੇ। ਜੇਕਰ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਕੈਨੇਡਾ ਹੁਣ ਆ ਸਕੋਗੇ। ਪਰ ਇਹਦਾ ਮਤਲਬ ਇਹ ਨਹੀਂ ਕਿ ਆਹ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਤੁਸੀਂ ਚਪੈਟੇ ਚੱਕ ਲਵੋ ਤੇ ਕਾਰ ਦੀਆਂ ਚਾਬੀਆਂ ਚੱਕੋ ਵੀ ਚਲੋ ਕੈਨੇਡਾ ਚੱਲੀਏ। ਇਹ ਨਵੇਂ ਨਿਯਮ 8 ਅਕਤੂਬਰ ਤੋਂ ਲਾਗੂ ਹੋਣਗੇ। ਸੋ 8 ਅਕਤੂਬਰ ਤੋਂ ਬਾਅਦ ਜਿਹੜੇ ਇਸ ਢਿੱਲਾਂ ਤੇ ਖੁੱਲ੍ਹਾਂ ਵਾਲੇ ਵਿਅਕਤੀ ਨੇ ਉਹ ਆ ਸਕਣਗੇ। ਇਹਦੇ ਨਾਲ ਬਹੁਤ ਸਾਰੇ ਲੋਕ ਨੇ ਉਹ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਹੋਣਗੇ, ਬਿਮਾਰੀ ਨਾਲ ਜੂਝ ਰਹੇ ਹੋਣਗੇ। ਜੇ ਉਹਨਾਂ ਵਿਅਕਤੀਆਂ ਨੂੰ ਕੋਈ ਮਿਲਣ ਆਉਣਾ ਚਾਹੁੰਦਾ ਹੈ, ਨਜ਼ਦੀਕੀ ਵਿਅਕਤੀ ਹੈ, ਉਹ ਵੀ ਹੁਣ ਕੈਨੇਡਾ ਆ ਸਕੇਗਾ। ਇਹਦੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਦਾਖਲਾ ਲਿਆ ਹੋਇਆ, ਉਹ ਵੀ COVID-19 ਦੇ ਕਾਰਨ ਕਿਸੇ ਸੂਬਾਈ ਜਾਂ ਖੇਤਰੀ ਸਿਹਤ ਅਧਿਕਾਰੀਆਂ ਵੱਲੋਂ ਜੇਕਰ ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤਾਂ ਉਹ 8 ਅਕਤੂਬਰ ਤੋਂ ਨਹੀਂ, ਉਹ ਵੀ ਕੈਨੇਡਾ ਦੇ ਵਿੱਚ ਹੁਣ 20 ਅਕਤੂਬਰ ਤੋਂ ਆ ਸਕਣਗੇ। ਇਹ ਕੁਝ ਢਿੱਲਾਂ ਕੈਨੇਡਾ ਸਰਕਾਰ ਵੱਲੋਂ ਅਨਾਉਂਸ ਕਰ ਦਿੱਤੀਆਂ ਗਈਆਂ ਨੇ। ਅਗਲੀ ਜਿਹੜੀ ਮਹੱਤਵਪੂਰਨ ਖਬਰ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਤੁਹਾਨੂੰ ਪਤਾ ਹੈ ਕਿ ਜਦੋਂ ਦੀ COVID-19 ਬਿਮਾਰੀ ਨੇ ਦਸਤਕ ਕੈਨੇਡਾ ਤੋਂ ਬਾਅਦ ਜਾਂ ਅਮਰੀਕਾ ਦੇ ਵਿੱਚ ਦਿੱਤੀ ਤੇ ਅਮਰੀਕੀ ਰਾਸ਼ਟਰਪਤੀ ਪਹਿਲਾਂ ਨੂੰ ਬੜੇ ਹਲਕੇ 'ਚ ਲੈਂਦੇ ਰਹੇ। ਫਿਰ ਉਹ ਇਹ ਵੀ ਕਹਿੰਦੇ ਰਹੇ ਕਿ ਈਸਟਰ ਤੱਕ ਸਭ ਕੁਝ ਆਮ ਹੋ ਜਾਏਗਾ ਤੇ ਸਭ ਕੁਝ ਖੋਲ੍ਹ ਦਿੱਤਾ ਜਾਏਗਾ। ਫਿਰ ਉਹਨਾਂ ਨੇ ਯੂਨੀਵਰਸਿਟੀਆਂ ਦੇ ਉੱਤੇ, ਕਾਲਜਸ ਦੇ ਉੱਤੇ, ਵਿਦਿਅਕ ਅਦਾਰਿਆਂ ਦੇ ਉੱਤੇ ਵੀ ਪ੍ਰੈਸ਼ਰ ਪਾਇਆ ਕਿ ਸਭ ਕੁਝ ਖੋਲ੍ਹ ਦਿਓ। ਪਰ ਸਥਿਤੀ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਧ ਖਰਾਬ ਅਮਰੀਕਾ ਦੀ ਹੋਈ। ਸਭ ਤੋਂ ਵੱਧ ਕੇਸ ਅਮਰੀਕਾ ਵਿੱਚ ਆਏ ਤੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਮਾਸਕ ਪਾਉਣਾ ਨਹੀਂ ਚਾਹੀਦਾ ਨਾ, ਆ ਹੁਣ ਮਾਸਕ ਵੀ ਪਾਇਆ ਹੋਇਆ ਸੀ ਤੇ ਹੁਣ ਹਸਪਤਾਲ ਦੇ ਵਿੱਚ ਵੀ ਦਾਖਲ ਨੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਵੀ ਉਹਨਾਂ ਦੀ ਸਿਹਤਯਾਬੀ ਵਾਸਤੇ ਤੇ ਦੁਨੀਆ ਦੇ ਹੋਰਨਾਂ ਜਿਹੜੇ ਵੱਡੇ ਲੋਕ ਨੇ ਉਹਨਾਂ ਨੇ ਵੀ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਪਰ ਹੁਣ ਸਵਾਲ ਇਹ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਹਸਪਤਾਲ ਵਿੱਚ ਦਾਖਲ ਨੇ ਤੇ ਅਮਰੀਕਾ ਦੀ ਸੱਤਾ ਫਿਰ ਕਿਹਦੇ ਕੋਲੇ ਹੈ? ਇਸ ਵਕਤ ਅਮਰੀਕਾ ਦੀ ਸੱਤਾ ਹਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਥ ਵਿੱਚ ਹੈ, ਪਰ ਇਹ ਸੱਤਾ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਹੱਥਾਂ ਵਿੱਚ ਜਾ ਸਕਦੀ ਹੈ। ਡੋਨਲਡ ਟਰੰਪ ਨੂੰ ਕਰੋਨਾ ਹੋਣ ਤੋਂ ਬਾਅਦ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਉਹਨਾਂ ਦੀ ਸਥਿਤੀ ਵਿਗੜਦੀ ਹੈ, ਜੇਕਰ ਉਹ ਗੰਭੀਰ ਬਿਮਾਰ ਹੁੰਦੇ ਨੇ ਤਾਂ ਇਸ ਸਥਿਤੀ ਦੇ ਵਿੱਚ ਅਮਰੀਕਾ ਦੀ ਕਮਾਨ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਦਿੱਤੀ ਜਾ ਸਕਦੀ ਹੈ। ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਹਾਲੇ ਸਿਹਤ ਠੀਕ ਹੈ, ਉਪ ਰਾਸ਼ਟਰਪਤੀ ਦੀ ਸਿਹਤ ਬਿਲਕੁਲ ਠੀਕ ਹੈ, ਉਹ ਆਪਣੇ ਇਸ ਵਕਤ ਘਰ ਵਿੱਚ ਨੇ, ਸੁਰੱਖਿਅਤ ਰਹਿ ਰਹੇ ਨੇ ਅਤੇ ਕੱਲ੍ਹ ਰਾਸ਼ਟਰਪਤੀ ਟਰੰਪ ਨੂੰ COVID-19 ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਵਾਲਟਰ ਰੀਡ ਮੈਡੀਕਲ ਸੈਂਟਰ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਕੱਲ੍ਹ ਸ਼ਾਮ ਤੱਕ ਟਰੰਪ ਨੇ ਉਪ ਰਾਸ਼ਟਰਪਤੀ ਨੂੰ ਸੱਤਾ ਦੀ ਕਮਾਨ ਨਹੀਂ ਸੀ ਦਿੱਤੀ। ਪਰ ਟਰੰਪ ਨੇ ਇੱਕ ਟਵੀਟ ਜ਼ਰੂਰ ਕੀਤਾ ਤੇ ਉਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਬਿਲਕੁਲ ਠੀਕ ਠਾਕ ਹਾਂ, ਮੇਰੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਜੇਕਰ ਉਹ ਬਿਮਾਰ ਪੈ ਜਾਂਦੇ ਨੇ ਤਾਂ ਫਿਰ ਅਮਰੀਕਾ ਦੇ ਵਿੱਚ ਇਹ ਸੱਤਾ ਆਟੋਮੈਟਿਕਲੀ, ਭਾਵੇਂ ਰਾਸ਼ਟਰਪਤੀ ਚਾਹਵੇ ਵੀ ਨਾ, ਫਿਰ ਜਿਹੜਾ ਉਪ ਰਾਸ਼ਟਰਪਤੀ ਹੈ ਉਹਦੇ ਹੱਥਾਂ ਵਿੱਚ ਚਲੇ ਜਾਂਦੀ ਹੈ ਤੇ ਫਿਰ ਉਹ ਰਾਸ਼ਟਰਪਤੀ ਵਾਲੇ ਸਾਰੇ ਫਰਜ਼ ਅਦਾ ਕਰ ਸਕਦੇ ਨੇ, ਕਿਉਂਕਿ ਇਹ ਹੱਕ ਅਮਰੀਕਾ ਦਾ ਸੰਵਿਧਾਨ ਦਿੰਦਾ ਹੈ। ਅਮਰੀਕੀ ਸੰਵਿਧਾਨ ਦੇ ਵਿੱਚ ਇੱਕ 25ਵੀਂ ਸੋਧ ਹੋਈ ਸੀ ਜਿਸ ਦੇ ਤਹਿਤ ਜੇਕਰ ਰਾਸ਼ਟਰਪਤੀ ਬਿਮਾਰ ਹੋ ਜਾਏ, ਗੰਭੀਰ ਸਮੱਸਿਆ ਨਾਲ ਜੂਝਣ ਲੱਗ ਪਵੇ ਜਾਂ ਉਸ ਦੀ ਮੌਤ ਹੋ ਜਾਏ ਤਾਂ ਆਟੋਮੈਟਿਕਲੀ ਉਪ ਰਾਸ਼ਟਰਪਤੀ ਕੋਲ ਇਸ 25ਵੀਂ ਸੋਧ ਦੇ ਮੁਤਾਬਕ ਸੱਤਾ ਚਲੀ ਜਾਂਦੀ ਹੈ।
ਹੁਣ ਭਾਵੇਂ ਰਾਸ਼ਟਰਪਤੀ ਕਿਸੇ ਕਾਗਜ਼ ਤੇ ਦਸਤਖਤ ਕਰੇ ਨਾ ਕਰੇ, ਇਸ ਸੋਧ ਦੇ ਮੁਤਾਬਕ ਜੇਕਰ ਰਾਸ਼ਟਰਪਤੀ ਮਰ ਜੇ, ਰਾਸ਼ਟਰਪਤੀ ਅਸਤੀਫਾ ਦੇ ਦੇਵੇ ਜਾਂ ਆਪਣੇ ਕਾਰਜਕਾਲ ਦੀਆਂ ਸ਼ਕਤੀਆਂ ਤੇ ਫਰਜ਼ਾਂ ਨੂੰ ਨਿਭਾਉਣ ਦੇ ਵਿੱਚ ਅਸਮਰੱਥ ਹੋ ਜਾਵੇ, ਤੇ ਇਸ 25ਵੀਂ ਸੋਧ ਦੇ ਮੁਤਾਬਕ ਉਪ ਰਾਸ਼ਟਰਪਤੀ ਕੋਲ ਰਾਸ਼ਟਰਪਤੀ ਦੀਆਂ ਸਾਰੀਆਂ ਪਾਵਰਾਂ ਆਪਣੇ ਆਪ ਚਲੀਆਂ ਜਾਂਦੀਆਂ ਨੇ। ਹੁਣ ਇਹ 25ਵੀਂ ਸੋਧ ਜਿਹੜੀ ਅਮਰੀਕੀ ਰਾਸ਼ਟਰਪਤੀ ਤੋਂ ਉਪ ਰਾਸ਼ਟਰਪਤੀ ਨੂੰ ਸਾਰੀ ਸ਼ਕਤੀ ਭੇਜ ਦਿੰਦੀ ਹੈ, ਉਹਦੇ ਮੁਤਲਕ ਜੇਕਰ ਉਪ ਰਾਸ਼ਟਰਪਤੀ ਨਾ ਵੀ ਚਾਹਣ ਤੇ ਰਾਸ਼ਟਰਪਤੀ ਭਾਵੇਂ ਸਾਈਨ ਨਾ ਵੀ ਕਰੇ, ਤਾਂ ਵੀ ਉਪ ਰਾਸ਼ਟਰਪਤੀ ਆਟੋਮੈਟਿਕਲੀ ਰਾਸ਼ਟਰਪਤੀ ਕਾਰਜਕਾਰੀ ਦੇ ਤੌਰ ਤੇ ਆਪਣੀਆਂ ਸ਼ਕਤੀਆਂ ਤੇ ਫਰਜ਼ ਅਦਾ ਕਰ ਸਕਦਾ ਹੈ। ਹੁਣ ਜਦ ਟਰੰਪ ਮੈਰੀਨ 1 ਹੈਲੀਕਾਪਟਰ ਤੋਂ ਹਸਪਤਾਲ ਪਹੁੰਚੇ ਤਾਂ ਉਹਨੂੰ ਦੇਖ ਕੇ ਸਾਫ਼ ਲੱਗ ਰਿਹਾ ਸੀ ਕਿ ਚੱਲਣ ਵਿੱਚ ਤਕਲੀਫ ਮਹਿਸੂਸ ਕਰ ਰਹੇ ਸੀ। ਉਹਨਾਂ ਨੀਲੇ ਰੰਗ ਦਾ ਮਾਸਕ ਪਾਇਆ ਹੋਇਆ ਸੀ। ਆਮ ਤੌਰ ਤੇ ਮਾਸਕ ਉਹ ਪਾਉਂਦੇ ਨਹੀਂ, ਪਰ ਮੀਡੀਆ ਵੱਲ ਉਹ ਧਿਆਨ ਦਿੱਤਾ ਉਹਨਾਂ ਨੇ ਤੇ ਵਿਕਟਰੀ ਸਾਈਨ ਦਿਖਾ ਕੇ ਅੱਗੇ ਚਲੇ ਗਏ। ਪਰ ਜਿਹੜੇ ਰਾਸ਼ਟਰਪਤੀ ਦੇ ਕਰੀਬੀ ਨੇ ਉਹਨਾਂ ਦੀ ਮੰਨੀਏ ਤਾਂ ਉਹ ਕਹਿੰਦੇ ਉਪ ਰਾਸ਼ਟਰਪਤੀ ਨੂੰ ਪਾਵਰ ਟਰਾਂਸਫਰ ਨਹੀਂ ਕਰਨਗੇ ਤੇ ਵਾਈਟ ਹਾਊਸ ਦੇ ਬੁਲਾਰੇ ਜੂ ਡੀਰ ਨੇ ਉਹ ਕਹਿੰਦੇ ਇਸ ਵਕਤ ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਚਾਰਜ ਮੇਰੇ ਕੋਲੇ ਹੈ। ਤੇ ਪਰ ਹੁਣ ਇਹਦੇ ਵਿੱਚ ਜਿਹੜੀ ਅਹਿਮ ਗੱਲ ਇਹ ਹੈ ਕਿ ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਹੁਣ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਖੁਦ ਉਮੀਦਵਾਰ ਨੇ ਹਸਪਤਾਲ ਵਿੱਚ ਪਏ ਨੇ, ਤੇ ਫਿਰ ਚੋਣ ਪ੍ਰਚਾਰ ਕੌਣ ਕਰੇ? ਚੋਣ ਪ੍ਰਚਾਰ ਦੀ ਕਮਾਨ ਕਿਹਦੇ ਹੱਥ ਵਿੱਚ ਹੋਵੇ? ਇਸ ਵਕਤ ਉਪ ਰਾਸ਼ਟਰਪਤੀ ਮਾਈਕ ਪੈਂਸ ਕੋਲ ਹੈ ਤੇ ਉਹਨਾਂ ਨੈਂਸੀ ਪੈਲੋਸੀ ਉਹਦੀ ਮਦਦ ਕਰ ਰਹੇ ਨੇ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਹੁਣ ਤੱਕ ਅਧਿਕਾਰਤ ਤੌਰ ਤੇ ਇਹਦੇ ਬਾਰੇ ਕੁਝ ਨਹੀਂ ਆਖਿਆ, ਪਰ ਜਿਹੜੇ ਮਾਹਿਰ ਨੇ ਉਹ ਦੱਸਦੇ ਨੇ ਕਿ ਸ਼ਾਇਦ ਜੇਕਰ ਰਾਸ਼ਟਰਪਤੀ ਟਰੰਪ ਸਾਹਿਬ ਮਾਸਕ ਪਾਉਂਦੀ ਰਹਿੰਦੀ ਨਾ, ਤਾਂ ਸ਼ਾਇਦ ਰਾਸ਼ਟਰਪਤੀ ਟਰੰਪ ਨੂੰ ਇਸ ਵਕਤ ਕੋਵਿਡ-19 ਤੋਂ ਸ਼ਾਇਦ ਛੁਟਕਾਰਾ ਮਿਲਿਆ ਹੋਣਾ ਸੀ। ਪਰ ਖੈਰ, ਅਸੀਂ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਠੀਕ ਹੋਣ, ਆ ਕੇ ਰਾਸ਼ਟਰਪਤੀ ਦੀਆਂ ਆਪਣੀਆਂ ਫਿਰ ਸੇਵਾਵਾਂ ਉਸੇ ਤਰ੍ਹਾਂ ਨਿਭਾਉਣ ਅਤੇ ਇਹਦੇ ਨਾਲ ਕਿਉਂਕਿ ਚੋਣ ਪ੍ਰਚਾਰ ਸਿਖਰਾਂ ਤੇ ਕੁਝ ਸਮਾਂ ਰਹਿੰਦਾ ਹੈ ਤੇ ਚੋਣ ਪ੍ਰਚਾਰ ਦੀ ਵਾਗਡੋਰ ਵੀ ਆ ਕੇ ਫਿਰ ਤੋਂ ਸੰਭਾਲਣ ਤੇ ਸਖਤ ਮੁਕਾਬਲਾ ਕਰਨ। ਜਿੱਤ ਕਿਹਦੀ ਹੁੰਦੀ ਹੈ, ਹਾਰ ਕਿਹਦੀ ਹੁੰਦੀ ਹੈ, ਇਹ ਅਮਰੀਕਾ ਦੇ ਵੋਟਰਾਂ ਨੇ ਦੇਖਣਾ। ਅਗਲੀ ਜਿਹੜੀ ਖਬਰ ਹੈ ਉਹ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ। ਹੁਣ ਕੈਲੀਫੋਰਨੀਆ ਵਿੱਚ ਇਸ ਸਾਲ ਹੁਣ ਤੱਕ 40 ਲੱਖ ਏਕੜ ਜੰਗਲੀ ਇਲਾਕਾ ਇਸ ਅੱਗ ਨੇ ਤਬਾਹ ਕਰ ਦਿੱਤਾ ਹੈ, ਸਾੜ ਕੇ ਰਾਖ ਕਰ ਦਿੱਤਾ ਹੈ। ਤੇ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਕੈਲੀਫੋਰਨੀਆ ਸੂਬੇ ਦੇ ਵਿੱਚ ਇਹਨਾਂ ਅੱਗਾਂ ਦੇ ਕਾਰਨ 31 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਸੈਂਕੜੇ ਘਰ ਵੀ ਸੜ ਕੇ ਰਾਖ ਹੋ ਚੁੱਕੇ ਨੇ। ਅੱਗ ਜਿਨ੍ਹਾਂ ਇਲਾਕਿਆਂ ਵਿੱਚ ਫੈਲੀ ਹੋਈ ਹੈ, ਜੇ ਉਸ ਇਲਾਕੇ ਦੀ, ਉਸ ਖੇਤਰਫਲ ਦੀ, ਉਸ ਏਰੀਏ ਦੀ ਆਪਾਂ ਗੱਲ ਕਰਨੀ ਹੋਵੇ ਤਾਂ ਅਮਰੀਕਾ ਦੇ ਵਿੱਚ ਸੂਬਾ ਪੈਂਦਾ ਹੈ ਨਿਊ ਜਰਸੀ ਅਤੇ ਨਿਊਯਾਰਕ ਦੇ ਨਾਲ ਮਿਲਦਾ ਕਨੈਕਟੀਕਟ। ਕਨੈਕਟੀਕਟ ਸੂਬੇ ਦੇ ਖੇਤਰਫਲ ਦੇ ਨਾਲੋਂ ਵੱਡੇ ਇਲਾਕੇ ਦੇ ਵਿੱਚ, ਵੱਡੇ ਏਰੀਏ ਦੇ ਵਿੱਚ ਕੈਲੀਫੋਰਨੀਆ ਵਾਲੀ ਇਹ ਅੱਗ ਫੈਲੀ ਹੋਈ ਹੈ। ਤੇ ਜਿਹੜੀ ਅੱਜ ਸਵੇਰ ਵਕਤ ਅੱਗ ਦਾ ਬਹੁਤ ਵੱਡੇ ਪੱਧਰ ਤੇ ਖਤਰਾ ਤੇ ਚੇਤਾਵਨੀਆਂ ਜਾਰੀ ਕੀਤੀਆਂ ਹੋਈਆਂ ਸੀ, ਪਰ ਸੈਨ ਫਰਾਂਸਿਸਕੋ ਦੇ ਉੱਤਰ ਦੇ ਵਿੱਚ ਫਾਇਰ ਫਾਈਟਰਸ ਹਾਈ ਅਲਰਟ ਤੇ ਸਨ। ਪਰ ਅੱਜ ਅੰਦਾਜ਼ਾ ਸੀ ਕਿ ਬਹੁਤ ਤੇਜ਼ ਹਵਾਵਾਂ ਵਗਣਗੇ ਤੇ ਅੱਗ ਤੇਜ਼ੀ ਨਾਲ ਅੱਗੇ ਵਧੇਗੀ। ਪਰ ਚੰਗਾ ਹੋਇਆ, ਜਿੰਨੀਆਂ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ ਗਈ ਸੀ, ਫਾਇਰ ਫਾਈਟਰਸ ਨੇ ਦੱਸਿਆ ਕਿ ਅਸੀਂ ਅੱਗ ਬੁਝਾਉਣ ਵਾਸਤੇ ਬਹੁਤ ਮੁਸਤੈਦ ਸੀ, ਪਰ ਜੇਕਰ ਹਵਾ ਤੇਜ਼ ਹੁੰਦੀ ਅੱਗ ਬੁਝਾਈ ਨਹੀਂ ਸੀ ਜਾ ਸਕਦੀ। ਪਰ ਅੱਜ ਕੁਦਰਤਨ ਹਵਾਵਾਂ ਤੇਜ਼ ਨਹੀਂ ਵਗ ਰਹੀਆਂ, ਜਿਸ ਕਾਰਨ ਫਾਇਰ ਫਾਈਟਰਸ ਕਹਿੰਦੇ ਕਈਆਂ ਥਾਵਾਂ ਤੋਂ ਅੱਗ ਬੁਝਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਚੁੱਕੇ ਹਾਂ। ਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਇਮਾਰਤਾਂ ਨੇ, ਜਿਹੜੇ ਨਵੇਂ ਘਰ ਨੇ, ਉਹ ਵੀ ਇਹਨਾਂ ਅੱਗਾਂ ਦੇ ਕਾਰਨ ਫਿਰ ਇੱਕ ਵਾਰ ਤੋਂ ਖਤਰੇ ਵਿੱਚ ਨੇ। ਭਾਵੇਂ ਕੁਝ ਵੀ ਹੋਵੇ, ਜਿੰਨੀ ਦੇਰ ਤੱਕ ਕੁਦਰਤ ਸਾਥ ਨਹੀਂ ਦਿੰਦੀ, ਮੌਸਮ ਸਾਥ ਨਹੀਂ ਦਿੰਦਾ, ਉਨੀ ਦੇਰ ਤੱਕ ਇਹਨਾਂ ਲੱਗੀਆਂ ਜੰਗਲੀ ਅੱਗਾਂ ਨੂੰ ਬੁਝਾਉਣਾ ਮੁਸ਼ਕਲ ਹੋਇਆ ਕਰਦਾ ਹੈ। ਤੇ ਅਗਲੀ ਖਬਰ ਕਰਤਾਰਪੁਰ ਸਾਹਿਬ ਲਾਂਘੇ ਨਾਲ ਸੰਬੰਧਿਤ ਹੈ। ਤੁਹਾਨੂੰ ਯਾਦ ਹੋਣਾ ਹੈ ਕਿ 2018 ਦੇ ਵਿੱਚ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ 2019 ਵਿੱਚ ਇਹ ਲਾਂਘਾ ਖੋਲ੍ਹਿਆ ਗਿਆ ਸੀ। ਹੁਣ ਪਾਕਿਸਤਾਨ ਨੇ ਬੀਤੇ ਕੁਝ ਮਹੀਨਿਆਂ ਤੋਂ ਬੰਦ ਕੀਤੇ ਕਰਤਾਰਪੁਰ ਸਾਹਿਬ ਦੇ ਇਸ ਲਾਂਘੇ ਨੂੰ ਖੋਲ੍ਹਣ ਦੇ ਇੱਕ ਤੋਂ ਬਾਅਦ ਇੱਕ ਕਈ ਵਾਰੀ ਐਲਾਨ ਕੀਤੇ ਨੇ। ਹੁਣ ਪਾਕਿਸਤਾਨ ਸਰਕਾਰ ਵੱਲੋਂ ਅਸਲ ਵਿੱਚ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਕਿ ਲਾਂਘੇ ਨੂੰ ਤਤਕਾਲ ਪ੍ਰਭਾਵ ਨਾਲ ਖੋਲ੍ਹ ਦਿੱਤਾ ਜਾਵੇ। ਉਹ ਨਿਰਦੇਸ਼ ਜਾਰੀ ਕੀਤੇ ਗਏ ਹੈ। ਇਹ ਲਾਂਘਾ ਕੋਵਿਡ-19 ਸੰਕਟ ਦੇ ਕਾਰਨ 15 ਮਾਰਚ ਤੋਂ ਬੰਦ ਕੀਤਾ ਹੋਇਆ ਹੈ। ਪਾਕਿਸਤਾਨ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ
ਕਿ ਪਾਕਿਸਤਾਨ ਦੇ ਵਿੱਚ ਕਰੋਨਾ ਦਾ ਪ੍ਰਭਾਵ ਹੈ ਜਿਹੜਾ ਉਹ ਪਹਿਲਾਂ ਦੇ ਮੁਕਾਬਲਤਨ ਘਟਿਆ ਅਤੇ ਲੋਕਾਂ ਦੀ ਇੱਛਾ ਵੀ ਹੈ, ਲੋਕ ਚਾਹੁੰਦੇ ਵੀ ਹੈ ਕਿ ਅਸੀਂ ਇਸ ਦਰਬਾਰ ਸਾਹਿਬ ਦੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਨੇ। ਇਸ ਕਰਕੇ ਅਸੀਂ ਸਾਵਧਾਨੀਆਂ ਵਰਤਣ ਵਾਸਤੇ ਆ ਕੇ ਕਿ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੋਣਗੀਆਂ। ਨਿਯਮਾਂ ਦੇ ਵਿੱਚ ਕੋਈ ਢਿੱਲ ਨਹੀਂ, ਪਾਬੰਦੀਆਂ ਜਾਰੀ ਰਹਿਣਗੀਆਂ। ਪਰ ਸਾਡੇ ਵੱਲੋਂ ਪਾਕਿਸਤਾਨ ਸਰਕਾਰ ਦਾ ਕਹਿਣਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਲਾਂਘਾ ਖੋਲ੍ਹ ਦਿੱਤਾ ਗਿਆ। ਇਹ ਲਾਂਘਾ 2018 ਵਿੱਚ ਇਸ ਰਿਸ਼ਤੇ ਦੀ ਨੀਂਹ ਰੱਖੀ ਗਈ ਸੀ। ਭਾਰਤ ਨੇ 26 ਨਵੰਬਰ 2018 ਨੂੰ, ਜਦੋਂ ਕਿ ਪਾਕਿਸਤਾਨ ਨੇ 28 ਨਵੰਬਰ 2018 ਨੂੰ ਇਸ ਲਾਂਘੇ ਦੀ ਨੀਂਹ ਰੱਖੀ ਸੀ। ਫਿਰ 9 ਨਵੰਬਰ ਤੇ 2019 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਲਾਂਘੇ ਨੂੰ ਖੋਲ੍ਹ ਦਿੱਤਾ ਗਿਆ ਸੀ। ਪਰ ਕੋਵਿਡ-19 ਦੇ ਕਾਰਨ 15 ਮਾਰਚ 2020 ਤੋਂ ਇਹ ਲਾਂਘਾ ਲਗਾਤਾਰ ਬੰਦ ਚੱਲਿਆ ਆ ਰਿਹਾ ਹੈ। ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਲਗਭਗ 3 ਮਹੀਨੇ ਪਹਿਲਾਂ 27 ਜੂਨ ਨੂੰ ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਇਹ ਲਾਂਘਾ ਖੋਲ੍ਹ ਦਿੱਤਾ ਜਾਏਗਾ। ਸ਼੍ਰੀ ਕਰਤਾਰਪੁਰ ਸਾਹਿਬ, ਇਹ ਵੀ ਤੁਹਾਨੂੰ ਯਾਦ ਹੋਣਾ ਹੈ, ਹੋ ਸਕਦਾ ਤੁਹਾਡੇ ਵਿੱਚੋਂ ਬਹੁਤੇ ਨੇ ਦਰਸ਼ਨ ਕੀਤੇ ਹੋਣ ਜਾਂ ਤੁਸੀਂ ਨੇੜੇ ਰਹਿੰਦੇ ਹੋਵੋ ਜਾਂ ਤੁਸੀਂ ਇਤਿਹਾਸ ਪੜ੍ਹਦੇ ਹੋਵੋ ਕਿ ਭਾਰਤ ਵਾਲੇ ਪਾਸਿਓਂ ਸ਼੍ਰੀ ਕਰਤਾਰਪੁਰ ਸਾਹਿਬ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਹੈ, ਜਦੋਂ ਕਿ ਲਾਹੌਰ ਤੋਂ ਲਗਭਗ ਇਹ 120 ਕਿਲੋਮੀਟਰ ਦੂਰ ਹੈ। ਪਰ ਭਾਰਤ ਸਰਕਾਰ ਹਾਲੇ ਇਸ ਲਾਂਘੇ ਨੂੰ ਖੋਲ੍ਹਣ ਦੇ ਉੱਤੇ ਵਿਚਾਰ ਕਰ ਰਹੀ ਹੈ। ਪਾਕਿਸਤਾਨ ਨੇ ਇਸ ਲਾਂਘੇ ਨੂੰ ਖੋਲ੍ਹਣ ਵਾਸਤੇ ਪੱਤਰ ਜਾਰੀ ਕਰ ਦਿੱਤਾ ਹੈ। ਹੁਣ ਭਾਰਤ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪਿਛਲੀ ਵਾਰੀ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਇਸ ਲਾਂਘਾ ਖੋਲ੍ਹਣ ਲੱਗੇ ਆ, 2 ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਲਾਂਘਾ ਖੋਲ੍ਹ ਦੇਣਾ, ਜਦੋਂ ਕਿ ਉਹ ਕਹਿੰਦੇ ਲਿਖਤੀ ਸਮਝੌਤੇ ਦੇ ਵਿੱਚ ਇਹ ਗੱਲ ਦਰਜ ਹੈ ਕਿ ਜਦੋਂ ਇੱਕ ਦੂਸਰੇ ਮੁਲਕ ਦੇ ਵਿੱਚ ਆਵਾਜਾਈ ਦੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਵੇ ਤੇ ਘੱਟੋ ਘੱਟ 1 ਹਫ਼ਤੇ ਦਾ 7 ਦਿਨਾਂ ਦਾ ਸਮਾਂ ਲਾਜ਼ਮੀ ਹੈ। ਹੁਣ ਵੇਖਦੇ ਹਾਂ ਕਿ ਪਾਕਿਸਤਾਨ ਸਰਕਾਰ ਨੇ ਹਾਂ ਕਰ ਦਿੱਤੀ ਹੈ, ਪੱਤਰ ਜਾਰੀ ਕਰ ਦਿੱਤਾ ਕਿ ਭਾਰਤ ਵਾਲੇ ਪਾਸਿਓਂ ਇਹਦੇ ਬਾਬਤ ਕੀ ਪ੍ਰਤੀਕਿਰਿਆ ਆਉਂਦੀ ਹੈ। ਅਗਲੀ ਬਹੁਤ ਅਹਿਮ ਤੇ ਮਹੱਤਵਪੂਰਨ ਖਬਰ, 14 ਸਤੰਬਰ ਨੂੰ ਹਾਥਰਸ ਦੇ ਵਿੱਚ ਇੱਕ ਬੜੀ ਦਰਿੰਦਗੀ ਵਾਲੀ ਘਟਨਾ ਵਾਪਰੀ ਸੀ। ਉਹਦੇ ਤੋਂ ਬਾਅਦ ਪੂਰਾ ਭਾਰਤ ਇਕਜੁੱਟ ਨਜ਼ਰ ਆ ਰਿਹਾ ਹੈ ਤੇ ਹੁਣ CBI ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ। ਯੂਪੀ ਦੇ ਹਾਥਰਸ ਦੇ ਵਿੱਚ 19 ਵਰ੍ਹਿਆਂ ਦੀ ਇੱਕ ਦਲਿਤ ਲੜਕੀ ਨਾਲ ਕਥਿਤ ਸਮੂਹਕ ਜ਼ਬਰ ਜਨਾਹ, ਉਹਦੇ ਤੋਂ ਬਾਅਦ ਹੱਤਿਆ। ਹੁਣ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ CBI ਕਰੇਗੀ। ਇਸ ਗੱਲ ਦਾ ਇੱਕ ਟਵੀਟ ਕੀਤਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ। ਉਹ ਕਹਿੰਦੇ ਵੀ ਅਸੀਂ ਇਸ ਮਾਮਲੇ ਦੀ ਜਾਂਚ ਹੁਣ ਕੇਂਦਰੀ ਜਾਂਚ ਏਜੰਸੀ CBI ਨੂੰ ਸਿਫਾਰਿਸ਼ ਕਰ ਰਹੇ ਹਾਂ। ਉਹਨਾਂ ਦੇ ਟਵੀਟ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਟਵੀਟ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਯੋਗੀ ਆਦਿੱਤਿਆਨਾਥ ਨੇ ਹਾਥਰਸ ਗੈਂਗ ਰੇਪ ਮਾਮਲੇ ਦੀ CBI ਜਾਂਚ ਦੇ ਆਦੇਸ਼ ਹੀ ਨਹੀਂ ਦਿੱਤੇ। ਤੇ ਇਹਦੇ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਅਪਡੇਟ ਵੀ ਹੈ ਕਿ DGP ਦੀ ਰਿਪੋਰਟ ਤੋਂ ਬਾਅਦ ਫੈਸਲਾ ਅੱਜ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ DGP SC ਅਵਸਥੀ ਹਾਥਰਸ ਖੁਦ ਪਹੁੰਚੇ। ਉੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਫਿਰ ਉਹ ਦੁਬਾਰਾ ਲਖਨਊ ਪਰਤੇ। ਲਖਨਊ ਪੁੱਜਦੇ ਸਾਰੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਵਧੀਕ ਮੁੱਖ ਸਕੱਤਰ ਜਿਹੜੇ ਗ੍ਰਹਿ ਅਵਨੀਸ਼ ਅਵਸਥੀ ਅਤੇ DGP SC ਅਵਸਥੀ ਨੇ ਯੋਗੀ ਆਦਿੱਤਿਆਨਾਥ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਜਾਣਕਾਰੀ ਦਿੱਤੀ। ਇਸ ਜਾਣਕਾਰੀ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਇਸ ਕੇਸ ਦੀ ਸਿਫਾਰਿਸ਼ CBI ਨੂੰ ਕਰ ਦਿੱਤੀ ਹੈ ਕਿ ਉਹ ਇਸ ਮਾਮਲੇ ਦੀ ਹੁਣ ਜਾਂਚ ਕਰਨ। ਤੁਹਾਨੂੰ ਯਾਦ ਹੋਣਾ ਕਿ ਇਹਦੇ ਤੋਂ ਇੱਕ ਦਿਨ ਪਹਿਲਾਂ SP DSP ਅਤੇ ਕੁਝ ਜਿਹੜੇ ਪੁਲਿਸ ਮੁਲਾਜ਼ਮ ਸਨ ਉਹ ਮੁਅੱਤਲ ਕਰ ਦਿੱਤੇ ਸਨ ਕਿ ਹਾਥਰਸ ਦੇ ਵਿੱਚ ਜਿਹੜੀ ਇਹ ਦਰਿੰਦਗੀ ਹੋਈ ਸੀ, ਇਸ ਹੱਤਿਆ ਦੇ ਮਾਮਲੇ ਨੂੰ ਚੰਗੇ ਤਰੀਕੇ ਨਾਲ SP DSP ਤੇ ਉਹ ਪੁਲਿਸ ਮੁਲਾਜ਼ਮ ਨਿਭਾ ਨਹੀਂ ਸੀ ਸਕੇ। ਆਦਿੱਤਿਆਨਾਥ ਸਰਕਾਰ ਨੇ ਇੱਕ ਦਿਨ ਪਹਿਲਾਂ, ਕੱਲ੍ਹ ਦੀ ਗੱਲ ਕਰ ਰਿਹਾ ਮੈਂ, SP ਵਿਕਰਾਂਤ ਵੀਰ ਸਿੰਘ, CO ਰਾਮ ਸ਼ਬਦ, ਇੰਸਪੈਕਟਰ ਦਿਨੇਸ਼ ਕੁਮਾਰ ਵਰਮਾ ਅਤੇ ਇਹਦੇ ਨਾਲ ਕੁਝ ਹੋਰ ਅਧਿਕਾਰੀ ਸੀ ਜਿਨ੍ਹਾਂ ਨੂੰ ਉਹਨਾਂ ਵਿੱਚ ਇੱਕ SIC ਜਗਵੀਰ ਸਿੰਘ, ਹੈੱਡ ਕਾਂਸਟੇਬਲ ਮਹੇਸ਼ਪਾਲ ਨੂੰ ਮੁਅੱਤਲ ਕਰ ਦਿੱਤਾ ਸੀ। ਹੁਣ ਅਗਲੀ ਜਿਹੜੀ ਖਬਰ ਹੈ ਉਹਦੇ ਤੋਂ ਪਹਿਲਾਂ ਹੁਣ ਤੱਕ ਖਬਰਾਂ ਸਨ ਕਿ ਉਸ ਪਰਿਵਾਰ ਨੂੰ ਉਸ ਪਿੰਡ ਦੇ ਵਿੱਚ ਮੀਡੀਆ ਨੂੰ ਜਾਣ ਤੇ ਵੀ ਪਾਬੰਦੀ ਸੀ। ਹੁਣ ਤੋਂ ਕੁਝ ਕੁ ਘੰਟੇ ਪਹਿਲਾਂ ਖਬਰ ਮਿਲੀ ਹੈ ਕਿ ਮੀਡੀਆ ਨੂੰ ਵੀ ਪਿੰਡ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਹੈ, ਮੀਡੀਆ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਹੈ। ਇਸੇ ਤਰ੍ਹਾਂ ਰਾਹੁਲ ਗਾਂਧੀ
ਅਤੇ ਪ੍ਰਿयੰਕਾ ਗਾਂਧੀ ਵੀ ਉਸ ਪਰਿਵਾਰ ਨੂੰ ਮਿਲ ਕੇ ਆਏ ਤੇ ਪ੍ਰਿयੰਕਾ ਗਾਂਧੀ ਨੇ ਕਹਿੰਦੇ ਘੱਟੋ ਘੱਟ 50 ਮਿੰਟ ਉਸ ਪਰਿਵਾਰ ਦੇ ਨਾਲ ਬੰਦ ਕਮਰਾ ਇੱਕ ਮੁਲਾਕਾਤ ਕੀਤੀ ਹੈ। ਭਾਵੇਂ ਕੋਈ ਪਾਰਟੀ A B ਜਾਂ C ਹੈ, ਇਸ ਮਾਮਲੇ ਤੇ ਜਾਂ ਕਿਸੇ ਵੀ ਮਾਮਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਅਗਲੀ ਖਬਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਿਹੜੀ ਦਿੱਤੀ ਹੈ ਨਾ, ਬਹੁਤ ਕਮਾਲ ਦੀ ਖਬਰ ਹੈ। ਦੋਵੇਂ ਪਾਸਿਆਂ ਤੋਂ ਹਰਸਿਮਰਤ ਬਾਦਲ ਲੋਕਾਂ ਨੂੰ ਦੱਸ ਰਹੀ ਹੈ, ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਦੱਸ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦਾ ਸਾਥ ਸਹਿਯੋਗ, NDA ਦਾ ਸਾਥ ਸਹਿਯੋਗ ਅਤੇ ਇਹਦੇ ਨਾਲ ਨਾਲ ਕੇਂਦਰੀ ਵਜ਼ਾਰਤ ਦੇ ਵਿੱਚੋਂ ਫੈਸਲਾ ਦਿੱਤਾ ਹੈ, ਅਸਤੀਫਾ ਦਿੱਤਾ ਹੈ ਕਿ ਭਾਈ ਸਾਡੇ ਨਾਲ, ਸਾਡੇ ਕਿਸਾਨ ਭਰਾਵਾਂ ਦੇ ਨਾਲ ਤੁਸੀਂ ਠੀਕ ਵਿਹਾਰ ਨਹੀਂ ਕਰ ਰਹੇ। ਪਰ ਭਾਰਤੀ ਜਨਤਾ ਪਾਰਟੀ ਮੈਨੂੰ ਲੱਗਦਾ ਕਿ ਆਪਣੇ ਭਾਈਵਾਲਾਂ ਦੇ ਖਿਲਾਫ ਹੁਣ ਸਾਹਮਣੇ ਖੁੱਲ੍ਹ ਕੇ ਆ ਗਈ ਹੈ। ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਬਿੱਲਾਂ ਦੀ ਤਰਫਦਾਰੀ ਕਰਦੇ ਹੋਏ ਚੰਡੀਗੜ੍ਹ ਪਹੁੰਚੇ ਹੋਏ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਿਹੜੇ ਦਾਅਵੇ ਕੀਤੇ ਆ ਕਮਾਲ ਦੇ ਆ। ਉਹ ਕਹਿੰਦੇ ਹਰਸਿਮਰਤ ਕੌਰ ਬਾਦਲੇ ਮੰਤਰੀ ਮੰਡਲ ਵਿੱਚ ਰਹਿੰਦਿਆਂ ਜਿੰਨੀ ਦੇਰ ਤੱਕ ਉਹ ਮੰਤਰੀ ਮੰਡਲ ਵਿੱਚ ਰਹੇ ਨੇ ਕਦੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਹੀ ਨਹੀਂ। ਹਰਦੀਪ ਸਿੰਘ ਪੁਰੀ ਨੇ ਇਹ ਵੀ ਕਿਹਾ ਕਿ ਮੀਟਿੰਗ ਦੌਰਾਨ ਬਿੱਲਾਂ ਦੇ ਪੱਖ ਰੱਖਣ ਦੇ ਦਾਅਵੇ, ਇਹਦੇ ਖਿਲਾਫ ਬੋਲਣ ਦੇ ਦਾਅਵੇ ਬਿਲਕੁਲ ਝੂਠੇ ਨੇ, ਕੋਰੇ ਨੇ, ਸਫੈਦ ਨੇ। ਉਹ ਕਹਿੰਦੇ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹਨਾਂ ਬਿੱਲਾਂ ਦੇ ਖਿਲਾਫ ਮੰਤਰੀ ਮੰਡਲ ਵਿੱਚ ਨਾ ਕਦੇ ਬੋਲਦਿਆਂ ਸੁਣਿਆ, ਨਾ ਕਦੇ ਬੋਲਦਿਆਂ ਦੇਖਿਆ। ਉਹ ਕਹਿੰਦੇ ਆਪਣੀ ਗੱਲਬਾਤ ਕਰਦਿਆਂ 6 ਸਤੰਬਰ ਤੱਕ ਬੀਬੀ ਬਾਦਲ ਵੀ, ਸੁਖਬੀਰ ਸਿੰਘ ਬਾਦਲ ਵੀ, ਸ਼੍ਰੋਮਣੀ ਅਕਾਲੀ ਦਲ ਵੀ, ਉਹਨਾਂ ਦੇ ਸੁਰ ਹੀ ਕੁਝ ਹੋਰ ਸਨ। ਉਹ ਕਹਿੰਦੇ ਅਸਤੀਫਾ ਦੇਣ ਤੋਂ ਬਾਅਦ, ਗੱਠ ਜੋੜ ਦੇ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਇਹਨਾਂ ਨੇ ਆਪਣੀ ਸੁਰ ਬਿਲਕੁਲ ਬਦਲ ਲਈ ਹੈ। ਉਹ ਕਹਿੰਦੇ ਕਮਾਲ ਦੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਆਧਾਰਿਤ, ਜਿੰਨੀਆਂ ਵੀ ਜਥੇਬੰਦੀਆਂ ਨੇ ਕਿਸਾਨਾਂ ਦੇ ਨਾਲ ਸੰਬੰਧਿਤ ਆਧਾਰਿਤ ਨੇ ਕਿਸਾਨੀ ਤੇ, ਉਹਨਾਂ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ, ਸਿਆਸਤਦਾਨਾਂ ਨੂੰ ਮੈਂ ਆਖ ਰਿਹਾ ਕਿ ਸਾਡੀ ਸਰਕਾਰ ਨੇ ਇਹ ਬਿੱਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਲਿਆਂਦੇ ਹੈ। ਹੁਣ ਜੇ ਭਾਈ ਤੁਹਾਡੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਲਿਆਂਦੇ, ਫਿਰ ਕਿਸਾਨਾਂ ਨੂੰ ਸਮਝਾ ਦਿਓ। ਕਿਸਾਨ ਤਾਂ ਲਗਾਤਾਰ ਕਿੰਨੇ ਦਿਨਾਂ ਤੋਂ, ਕਈ ਹਫ਼ਤਿਆਂ ਤੋਂ ਕੋਈ ਰੇਲਾਂ ਰੋਕੀ ਬੈਠਾ, ਕੋਈ ਸੜਕਾਂ ਰੋਕੀ ਬੈਠਾ, ਆਪਣੇ ਪਰਿਵਾਰਕ ਮੈਂਬਰਾਂ ਨੂੰ ਛੱਡੀ ਬੈਠਾ। ਅੱਜ ਤੇ ਕਿਸਾਨ ਜਥੇਬੰਦੀਆਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਕਿਸਾਨੋਂ ਆਪਣਾ ਘਰ ਬਣਾ ਲਓ। ਤੁਹਾਨੂੰ ਕੋਈ ਕੰਮ ਹੈ, ਰੇਲਵੇ ਸਟੇਸ਼ਨ ਤੋਂ ਜਾਓ, ਕੰਮ ਕਰਕੇ ਵਾਪਸ ਰੇਲਵੇ ਸਟੇਸ਼ਨ ਤੇ ਪਰਤੋ। ਪਰ ਜੇ ਪੁਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਸਾਡੀ ਸਰਕਾਰ ਨੇ ਇਹ ਬਿੱਲ ਲਿਆਂਦੇ ਆ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਫਿਰ ਭਾਈ ਉਹਨਾਂ ਦੇ ਖਾਨੇ ਗੱਲ ਪਾ ਦਿਓ, ਉਹਨਾਂ ਨੂੰ ਦੱਸ ਦਿਓ ਕਿ ਤਾਂ ਤੁਹਾਡੀ ਭਲਾਈ ਵਾਲੇ ਬਿੱਲ ਨੇ। ਇਹਦੇ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਗੱਲ ਹੈ। ਉਹ ਕਹਿੰਦੇ ਜੇਕਰ ਹਾਲੇ ਵੀ ਕਿਸੇ ਨੂੰ ਇਤਰਾਜ਼ ਹੈ, ਕਮਾਲ ਹੈ, ਉਹ ਇਤਰਾਜ਼ ਕਰਕੇ ਪੁਰੀ ਸਾਹਿਬ ਬੈਠੇ ਆ ਲੋਕ ਸੜਕਾਂ ਦੇ ਉੱਤੇ, ਰੇਲ ਪਟੜੀਆਂ ਦੇ ਉੱਤੇ। ਪਰ ਪੁਰੀ ਸਾਹਿਬ ਕਹਿੰਦੇ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਸਾਡੇ ਜਿਹੜੇ ਸੂਬਾ ਭਾਜਪਾ ਦੇ ਅਹੁਦੇਦਾਰ ਨੇ ਉਹਨਾਂ ਨਾਲ ਸੰਪਰਕ ਕਰਨ ਤੇ ਫਿਰ ਉਹ ਜਿਹੜੇ ਇਤਰਾਜ਼ ਨੇ ਉਹ ਸਾਡੇ ਤੱਕ ਪੁੱਜਦੇ ਕਰ ਦੇਣਗੇ। ਉਹ ਕਹਿੰਦੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਹੋਰ ਪਾਰਟੀ ਨੇ ਸਿਆਸੀ ਨਾਟਕ ਛੱਡਣ ਤੇ ਕਿਸਾਨ ਇਹਨਾਂ ਤੋਂ ਸਾਵਧਾਨ ਹੋਣ। ਉਹ ਕਹਿੰਦੇ ਕਾਂਗਰਸ ਦੇ 2019 ਦੇ ਚੋਣ ਮਨੋਰਥ ਪੱਤਰ ਨੂੰ ਚੁੱਕ ਕੇ ਦੇਖੋ, ਖੇਤੀ ਬਿੱਲਾਂ ਦਾ ਵੇਰਵਾ ਤਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਹੈ। ਪਰ ਹੁਣ ਕਹਿੰਦੇ ਕਿਸਾਨਾਂ ਨਾਲ ਇਹ ਕਾਂਗਰਸ ਸਰਾਸਰ ਝੂਠ ਬੋਲ ਰਹੀ ਹੈ ਤੇ ਨਾਟਕ ਕਰ ਰਹੀ ਹੈ। ਪਰ ਜੇ ਤੁਸੀਂ ਨਾਟਕ ਨਹੀਂ ਕਰ ਰਹੇ, ਜੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋ ਤਾਂ ਕਿਸਾਨਾਂ ਦੇ ਨਾਲ ਜਾ ਕੇ ਕਦੇ ਗੱਲਬਾਤ ਕਰਕੇ ਵੇਖੋ। ਸੋ ਦੋਸਤੋ, ਇਹ ਅੱਜ ਦੀਆਂ ਕੁਝ ਜਾਣਕਾਰੀਆਂ ਸਨ, ਇਹ ਅੱਜ ਦੀਆਂ ਕੁਝ ਖਬਰਾਂ ਸਨ ਜਿਹੜੀਆਂ ਤੁਹਾਡੇ ਹਵਾਲੇ ਕਰ ਦਿੱਤੀਆਂ ਗਈਆਂ ਨੇ। ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਹਜੇ ਤੱਕ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਿਓ। ਹੁਣ ਜੇਕਰ ਜਾਣਕਾਰੀਆਂ, ਖਬਰਾਂ ਪੁਖਤਾ ਲੱਗੀਆਂ ਨੇ, ਸਟੀਕ ਲੱਗੀ ਹੈ ਜਾਣਕਾਰੀ, ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ।